मुबारका के अल्फाज हैं कि पहले आसमान के मुकाबले में दूसरा आसमान इतना बड़ा है जैसे किसी सहरा के अंदर एक अंगूठी मौजूद हो। एक बड़े सहरा के अंदर मौजूद एक अंगूठी की हैसियत क्या हो सकती है, यकीनन आप भी इसका अंदाज़ा लगा सकते हैं, यानी कि ना होने के बराबर। इसी तरह मजीद फरमाया कि दूसरा आसमान पहले आसमान के मुकाबले में इतना बड़ा है कि दूसरे आसमान को सहरा समझ लो और पहले आसमान को एक अंगूठी जो इस सहरा के अंदर मौजूद है। इस्लाम ਦੇ ਵਿੱਚ ਇਹ ਮੰਨਣਾ ਹੈ ਕਿ ਬਹੁਤ ਨਹੀਂ 7 ਹੈ ਐਕਚੁਅਲੀ ਕਿ 7 ਹੈਵਨਸ ਹੈ 7 ਹੀ ਅਰਥ ਹੈ ਤੇ ਇਸਲਾਮ ਤੇ ਸਾਇੰਸ ਇਸ ਚੀਜ਼ ਨੂੰ ਕਿੱਦਾਂ ਡੈਫੀਨੇਟ ਕਰਦੀ ਆ ਉਹ ਆਪਾਂ ਅੱਜ ਦੀ ਵੀਡੀਓ 'ਚ ਦੇਖਾਂਗੇ। ਇਹਦੇ ਬਾਬਤ ਆਪਾਂ ਅੱਗੇ ਵੀ ਇੱਕ ਵੀਡੀਓ ਬਣਾਈ ਸੀਗੀ, ਲੇਕਿਨ ਅੱਜ ਦੀ ਵੀਡੀਓ ਕਾਫੀ ਲੋਕਾਂ ਵੱਲੋਂ ਪਸੰਦ ਕੀਤੀ ਗਈ ਹੈ ਜੋ ਆਪਾਂ ਦੇਖਣ ਲੱਗੇ ਹਾਂ। ਸੋ ਤੁਹਾਡੇ ਕਹਿਣ ਦੇ ਮੁਤਾਬਕ ਆਪਾਂ ਇਹ ਵੀਡੀਓ ਜਿਹੜੀ ਹੈ ਦੇਖਣ ਲੱਗੇ ਹਾਂ ਤੁਹਾਡੇ ਨਾਲ। ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਹ ਬੇਸਿਕਲੀ ਰਿਐਕਟ ਐਂਡ ਟਾਕ ਸ਼ੋ ਹੈ ਜਿਹਦੇ ਵਿੱਚ ਆਪਾਂ ਰਿਐਕਟ ਕਰਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ। ਇਹ ਆਪਣਾ ਐਕਸਟਰਾ ਚੈਨਲ ਹੈ, ਇਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਇਹਦੇ 'ਤੇ ਕ੍ਰਿਕਟ ਜਾਂ ਪੋਲੀਟਿਕਸ ਜਾਂ ਪਾਕਿਸਤਾਨੀ ਡਰਾਮਾਜ਼ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ। ਉੱਧਰ ਇੱਕ ਕ੍ਰਿਕ ਰਿਐਕਟ ਦਾ ਸ਼ੋਅ ਚੱਲ ਰਿਹਾ, ਇੱਧਰ ਵੀ ਬਹੁਤ ਵਧੀਆ ਜੋ ਏਸ਼ੀਆ ਕੱਪ ਚੱਲ ਰਿਹਾ ਉਹਦੇ ਬਾਰੇ ਗੱਲਾਂ ਬਾਤਾਂ ਹੁੰਦੀਆਂ। ਇੰਸਟਾਗ੍ਰਾਮ ਨੂੰ ਫੋਲੋ ਕਰੋ ਤਾਂ ਜੋ ਲੇਟੈਸਟ ਅਪਡੇਟਸ ਅਤੇ ਨਾਲੇ ਆਪਾਂ ਮੈਸੇਜ ਇਨਬਾਕਸ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਆਪਣੇ ਚੈਨਲਸ ਹੈ, ਇਹਨਾਂ ਨੂੰ ਇੱਕ ਵਾਰ ਚੈੱਕ ਜ਼ਰੂਰ ਕਰਿਓ। तो ਜਿਹੜੀ ਅੱਜ ਦੀ ਵੀਡੀਓ ਹੱਸੀ टीवी ਤੋਂ ਹੈ, शुरू करते हैं। मेरा नाम है असीब शफकत और आप देख रहे हैं हंसी टीवी। दोस्तों, कुरान पाक की सूरह तराक की आयत 12 के अंदर अल्लाह पाक फरमाते हैं, वो अल्लाह ही तो है जिसने 7 आसमान पैदा किए और ऐसी ही ज़मीनें जिनमें इसके हुक्म उतरते रहते हैं ताकि तुम लोग जान लो कि अल्लाह ताला हर चीज़ पर कादिर है और ये कि वो अपने इल्म से हर चीज़ पर अहाता किए हुए है। इसके बाद सूरह अल बकरा की आयत 29 के अंदर अल्लाह पाक इरशाद फरमाते हैं, वही तो है जिसने सब चीज़ें जो ज़मीन में हैं तुम्हारे लिए पैदा की, फिर आसमान की तरफ मुतवज्जे हुआ तो इसको ठीक 7 आसमान बना दिया और वो हर चीज़ से ख़बरदार है। इन आयत मुबारक से ये वाज़ेह हो जाता है कि वो आसमान जिसे हम अपनी ज़ाहिरी आंखों से आज देख रहे हैं वो महज एक आसमान तक महदूद नहीं है, बल्कि बिल्कुल इसी तरह के और इसी से मिलते जुलते 7 आसमान या कायनातें मौजूद हैं जो हमारी नज़रों और सोच से बहुत बहुत दूर हैं। बिल्कुल इसी तरह से 7 ज़मीनों का भी जिक्र किया गया है जो एक साहिब अकल शख्स के दिमाग में ये सवाल ज़रूर पैदा कर सकती हैं कि तय बतय 7 आसमानों से और 7 ज़मीनों से दरअसल मुराद क्या है। ਹਾਂ ਇੱਕ ਮਿੰਟ, ਇੱਥੇ ਕੁਐਸਚਨ ਹੈ, ਸ਼ਾਇਦ ਆਪਾਂ ਨੂੰ ਇਸੇ ਵੀਡੀਓ ਦੇ ਵਿੱਚ ਉਹਦਾ ਜਵਾਬ ਮਿਲ ਜੇ। 7 ਆਸਮਾਨ ਚਲੋ ਆਪਾਂ ਸਮਝ ਸਕਦੇ ਹਾਂ ਕਿ ਜਿੱਦਾਂ ਇਸ ਸਾਇੰਸ ਕਹਿੰਦੀ ਹੈ ਕਿ ਬਹੁਤ ਸਾਰੀ ਜੋ ਯੂਨੀਵਰਸ ਹੈ ਨਾ, ਮਤਲਬ ਕਾਫੀ ਸਾਰੇ ਸਟਾਰ ਸੋਲਰ ਸਿਸਟਮ ਮਿਲਾ ਕੇ ਕਾਫੀ ਸਾਰੇ ਗ੍ਰਹਿ ਮਿਲਾ ਕੇ ਇੱਕ ਬਣਦਾ ਹੈ ਯੂਨੀਵਰਸ, ਮਤਲਬ ਗਲੈਕਸੀ, ਠੀਕ ਹੈ। ਉਸ ਤੋਂ ਬਾਅਦ ਮਤਲਬ ਇੱਦਾਂ ਦੀਆਂ ਕਾਫੀ ਸਾਰੀਆਂ ਗਲੈਕਸੀਜ਼ ਹੈ, ਅੱਗੇ ਪਤਾ ਨਹੀਂ ਕੀ ਕੁਛ ਹੈ ਨਾ, ਇੱਦਾਂ ਦੇ ਕਾਫੀ ਸਾਰੇ ਯੂਨੀਵਰਸ ਹੋ ਸਕਦੇ ਆ ਕਿਉਂਕਿ ਐਕਸਪੈਂਡ ਹੋ ਰਿਹਾ ਬਿਗ ਬੈਂਗ ਥਿਊਰੀ ਸਭ ਨੇ ਦੇਖੀ ਹੈ। ਪਰ ਜਦੋਂ 7 ਅਰਥ ਦੀ ਗੱਲ ਆਉਂਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਆਪਣੇ ਸੋਲਰ ਸਿਸਟਮ ਦੇ ਵਿੱਚ ਆਪਾਂ ਨੂੰ ਕੁਝ ਇੱਦਾਂ ਦੇ ਪਲੈਨਟ ਹਜੇ ਤੱਕ ਨਹੀਂ ਮਿਲੇ ਜਿਹੜੇ ਅਰਥ ਦੇ ਨਾਲ ਸਿਮਿਲਰ ਹੋਣ, ਲੇਕਿਨ ਆਪਣੇ ਤੋਂ ਕਈ ਲਾਈਟ ਈਅਰ ਦੂਰ ਕੁਝ ਇੱਦਾਂ ਦੇ ਸ਼ਾਇਦ ਕੈਪਲਰ 1 ਹੈ ਇੱਕ ਜਾਂ ਹੋਰ ਇੱਦਾਂ ਦੇ ਕਾਫੀ ਸਾਰੇ ਪਲੈਨਟਸ ਹੈ ਜਿਹੜੇ ਮੰਨਿਆ ਜਾਂਦਾ ਕਿ ਉਹ ਸਿਮਿਲਰ ਨੇ ਅਰਥ ਦੇ। ਅਰਥ 2.0 ਵੀ ਕਈ ਨੂੰ ਨਾਮ ਦਿੱਤਾ, ਕਈ ਇੱਦਾਂ ਦੇ ਹੈਬਿਟਲ ਕਈ ਇਨਹੈਬਿਟਲ ਪਲੈਨਟਸ ਹੈਗੇ ਆ ਅਤੇ ਉਹ ਤਾਂ ਕਾਫੀ ਸਾਰੇ ਹੋ ਸਕਦੇ। ਮਤਲਬ 7 ਕਹੇ ਗਏ ਆ, ਉਹ 7 ਅਰਥ ਕਹਿਣ ਦਾ ਮਤਲਬ ਕੀ ਹੈ, ਕਿਉਂਕਿ ਕਾਫੀ ਸਾਰੇ ਇੱਦਾਂ ਦੇ ਪਲੈਨਟਸ ਹੋ ਸਕਦੇ ਆ, ਬੜੇ ਸਾਰੇ ਸੋਲਰ ਸਿਸਟਮ ਹੈ ਯਾਰ ਹਰ ਇੱਕ ਯੂਨੀਵਰਸ ਦੇ ਵਿੱਚ, ਹਰ ਇੱਕ ਗਲੈਕਸੀ ਦੇ ਵਿੱਚ, ਅਤੇ ਅਰਬਾਂ ਖਰਬਾਂ ਦੀ ਤਾਦਾਦ ਦੇ ਵਿੱਚ ਜਿਹੜੇ ਇੱਦਾਂ ਦੇ ਪਲੈਨਟਸ ਹੈ ਜਿਨ੍ਹਾਂ 'ਤੇ ਜੀਵਨ ਮੌਜੂਦ ਹੋ ਸਕਦਾ, ਠੀਕ ਹੈ। ਇਹ ਮੇਰਾ ਮੰਨਣਾ ਅਤੇ ਸਾਇੰਸ ਦਾ ਵੀ ਮੰਨਣਾ। लेकिन इतने 7 अर्थ की गल की वो की है, वो शायद अज की वीडियो क्लीयर हो जाए। सो पूरी वीडियो देखियो। क्या वाकई हमारी इस कायनात के जैसी कई और कायनातें भी वजूद रखती हैं जहाँ पर इंसानों जैसी या कोई भी और मखलूक वजूद रखती है और यहाँ पर अल्लाह ताला के अहकामात भी नाजिल होते हैं जो कि हमारी मौजूदा कायनात से बिल्कुल अलग और जुदा हैं, या फिर इससे मुराद ज़मीन के गिर्द मौजूद कुदरती हिफाजती तहें जैसे कि ट्रोपोस्फेयर, स्ट्रेटोस्फेयर, मेजोस्फेयर, थर्मोस्फेयर, ज़मीन का कुदरती मैग्नेटिक फील्ड या फिर ओजोन लेयर वगैरह हैं जो कि हमारी ज़मीन को हर लम्हा खला से आने वाले बैरूनी खतरात से बचाती हैं और ज़मीन पर ज़िंदगी के वजूद को कायम रखने के लिए इंतहाई ज़रूरी हैं। जहाँ तक आसमानों की बात है तो इस बात के अंदर कोई शक नहीं कि 7 आसमानों से मुराद हमारे आसमान जैसे 6 और जहाँ भी हैं, जिसका वाज़े तौर पर जिक्र कुरान करीम के अंदर कई मकामात पर किया गया है। कुरान करीम के अंदर 250 से ज़्यादा मकामात पर आसमान का जिक्र किया गया है, जैसा कि सूरह अन-नबा की आयत 12 के अंदर अल्लाह पाक इरशाद फरमाते हैं, और हमने तुम्हारे ऊपर 7 मजबूत आसमान बनाए। बिल्कुल इसी तरह से सूरह अल-इसरा की आयत 44 के अंदर अल्लाह पाक ने मजीद फरमाया,
सातों आसमान और ज़मीन के अंदर जो लोग भी हैं सब की सब इसकी तस्बीह बयान करते हैं और मखलूक़ात में कोई भी चीज़ नहीं मगर इसकी तारीफ़ के साथ तस्बीह करती है, लेकिन तुम इसकी तस्बीह को नहीं समझते। बेशक वो बुर्दबाद गफ़ार है। यानी कि खालिक कायनात ने सिर्फ एक नहीं बल्कि 7 कायनातें बनाई और इन्हीं कायनातों के अंदर ज़मीन की तरह की ही कई ज़मीनें मौजूद हैं जहाँ पर कई नामालूम मखलूक़ात आबाद हो सकती हैं, जैसा कि हज़रत आदम अलैहिस्सलाम के ज़मीन पर आने से पहले ज़मीन पर जिन्नात आबाद थे। इसके अलावा नबी पाक सल्लल्लाहु अलैहि वसल्लम का सफ़र मेराज इस बात का वाज़ेह तरीन सबूत है, जब अपनी जनती सवारी बुराक पर सफ़र करते हुए हज़रत जिब्राइल अलैहिस्सलाम के हमरा तमाम आसमानी रास्तों को आप सल्लल्लाहु अलैहि वसल्लम ने पार किया, जिसके अंदर 7 आसमान भी शामिल हैं। आपने पहले आसमान पर जिसका नाम रुकैया है और ये दूध से भी ज़्यादा सफ़ेद है, यहाँ पर हज़रत आदम अलैहिस्सलाम से मुलाकात की। फिर दूसरे आसमान पर जिसका नाम फैदूम या माउन है और ये ऐसे लोहे का बना है जिससे रोशनी की शुआएं फूटती हैं, यहाँ पर हज़रत ईसा और याह्या अलैहिस्सलाम से। जबकि तीसरे आसमान पर जिसका नाम मलकूत है और ये तांबे का बना है, यहाँ पर हज़रत यूसुफ अलैहिस्सलाम से। चौथे आसमान पर जिसे जोरा कहते हैं और ये सफ़ेद चांदी से बना है, यहाँ पर हज़रत इदरीस अलैहिस्सलाम से। पांचवें आसमान पर जिसे मजीना कहते हैं और ये सुर्ख सोने का बना है, हज़रत हारून अलैहिस्सलाम से। छठे आसमान पर जिसका नाम खालिसा है और ये चमकदार मोतियों से बना है, यहाँ पर हज़रत मूसा अलैहिस्सलाम से। और सातवें आसमान पर जिसका नाम लाबिया या दामे है और ये सुर्ख याकूत से बना है, यहाँ पर हज़रत इब्राहीम अलैहिस्सलाम से मुलाकात की। और इसी जगह पर बैतुल मामूर भी मौजूद है, यानी कि ज़मीन पर मौजूद खाना काबा की ही तरह का एक और काबा, जिसका हर वक्त 70,000 फरिश्ते तवाफ़ करते हैं और जो एक बार इसका तवाफ़ कर ले इसकी दोबारा ज़िंदगी भर बारी नहीं आती। इन्हीं 7 आसमानों के ऊपर जन्नत और जहन्नुम मौजूद हैं और जन्नत का हर दर्जा एक सियारे की सूरत में मौजूद है। इसी तरह जहन्नुम के भी 7 दर्जे हैं, यानी कि 7 सियारे या प्लैनेट इसके ऊपर सिदरतुल मुंतहा यानी कि बेरी के दरख्त तक मौजूद हैं, जो कि हर मखलूक़ात की हद है। और इससे आगे कोई भी मखलूक़ात अगर बढ़ना भी चाहे तो वो जल कर खाक में बदल जाएगी। लेकिन अल्लाह के रसूल सफ़र मेराज पर इससे भी आगे तशरीफ़ ले गए और हज़रत जिब्राइल अलैहिस्सलाम इस दरख्त के पास ये कहकर रुक गए कि ए अल्लाह के रसूल, ये मेरी हद है, अगर मैंने इससे एक कदम भी आगे बढ़ने की कोशिश की तो मेरे पर जल जाएंगे। सिदरतुल मुंतहा के ऊपर अल्लाह ताला का अर्श मौजूद है, जो कि ज़मीन और आसमान या इस पूरी कायनात का अहाता किया हुआ है। क़यामत के रोज़ हर जिंदा चीज़ को फना होना है, इसलिए जन्नत और जहन्नुम को 7 आसमानों से अलग या जुदा बनाया गया है, क्योंकि क़यामत के बाद भी वो कायम रहेंगी। दोस्तों, कुरान करीम की जिन आयात के अंदर आसमानों के बाद ज़मीन जैसी 7 ज़मीनों का जिक्र मौजूद है, इससे मुराद ज़मीन की तह में मौजूद कोई लेयर्स नहीं है, मसलन क्रस्ट, मेंटल और कोर वगैरह, बल्कि इन्हीं आसमानों में ज़मीन जैसी कई और ज़मीनें भी मौजूद हैं। और इन आयात के अंदर ज़मीन का हवाला देने का मतलब ये है कि वहाँ पर भी हमारी अर्थ की ही तरह कोई ज़िंदगी मौजूद हो सकती है, और ये ज़िंदगी किस सूरत के अंदर मौजूद है हम कुछ नहीं जानते। और इसकी मिसाल देने की वजह यह है कि ज़मीन ज़िंदगी की अलामत है और इंसान भी सिर्फ इसी के बारे में जानते हैं। जब इंसान की मौत का वक्त करीब आता है तो इसकी रूह को हर एक आसमानी दरवाजे से गुजार कर आलम अरवाह के अंदर ले जाया जाता है, जहाँ पर क़यामत तक आने वाली रूहें इंतजार करती हैं। हर एक आसमानी दरवाजे पर निगहबान फरिश्ते इस रूह का हसब नसब पूछते हैं और फिर इसे इस दरवाजे से गुजरने देते हैं। जैसा कि सफ़र मेराज पर हज़रत जिब्राइल अलैहिस्सलाम ने नबी पाक सल्लल्लाहु अलैहि वसल्लम का हर एक आसमान पर तारुफ करवाया और इन निगहबान फरिश्तों ने खुशामदीद कहकर दरवाजे खोल दिए। हदीस मुबारका के अल्फाज हैं कि पहले आसमान के मुकाबले में दूसरा आसमान इतना बड़ा है जैसे किसी सहरा के अंदर एक अंगूठी मौजूद हो। एक बड़े सहरा के अंदर मौजूद एक अंगूठी की हैसियत क्या हो सकती है, यकीनन आप भी इसका अंदाज़ा लगा सकते हैं, यानी कि ना होने के बराबर। इसी तरह मजीद फरमाया कि दूसरा आसमान पहले आसमान के मुकाबले में इतना बड़ा है कि दूसरे आसमान को सिरा समझ लो और पहले आसमान को एक अंगूठी जो इस सिरा के अंदर मौजूद है। और इसी तरह से 7 आसमानों के बारे में आपने यही बयान किया कि इन 7 आसमानों के अंदर हर एक आसमान दूसरे आसमान से साइज के अंदर नाकाबिले यकीन हद तक बड़ा है, जिसके ऊपर अल्लाह का अर्श मौजूद है। और अल्लाह का अर्श इतना बड़ा है कि 7 आसमान इसके सामने सिरा में पड़ी हुई एक अंगूठी के साइज के बराबर हैं। इसी बात को आज साइंस मल्टीवर्स थ्योरी कहकर कुछ इस तरह से इसकी वजाहत करती है कि हमारी इस कायनात जैसी कई और कायनातें भी मौजूद हैं जो एक दूसरे से जुदा और अलग अलग हैं। इस पर दुनिया के सभी साइंटिस्ट यकीन रखते हैं, जिसे मशहूर कॉस्मोलॉजिस्ट डॉक्टर एलन गुथ ने न्यूमेरिकल कैलकुलेशन से साबित किया और बताया कि जिस कायनात को हम अब तक सब कुछ समझ रहे थे वो दरअसल हमारी इस पूरी कायनात का एक छोटा सा टुकड़ा भी नहीं है, जिसे हम ऑब्जर्वेबल यूनिवर्स कहते हैं, बल्कि असल कायनात यानी कि नॉन ऑब्जर्वेबल यूनिवर्स इसके मुकाबले में 3 × 10 की पावर 23 टाइम्स गुना बड़ी है।
یعنی کہ ایسی کائنات جسے ہم نہ تو دیکھ سکتے ہیں، نہ ہی اس کا مشاہدہ کر سکتے ہیں، اور نہ ہی کبھی اسے دیکھ پائیں گے۔ آبزرویبل یونیورس جس کا ہم اب تک مشاہدہ کر پائے ہیں، اس کا سائز ہے 46.5 بلین لائٹ ایئر، جسے اگر ڈاکٹر ایلن کے مطابق ایکچوئل یونیورس کے سائز یعنی کہ 3 × 10⁻23 سے ملٹیپلائی کریں تو پہلے آسمان کا اصل سائز سامنے آتا ہے، جو کہ 4.28 × 10⁻23 بنتی ہے۔ یعنی کہ ایک آسمان سے دوسرے آسمان تک کی دوری، جہاں تک پہنچنے کا وقت ناپنے کے اندر شاید وقت کا پیمانہ ہی کم پڑ جائے، جہاں تک انسان پہنچنے کا تصور بھی نہیں کر سکتا۔ بلکہ حقیقت تو یہ ہے کہ وہ اپنے قریب ترین چاند پر بھی جانے کے قابل نہیں ہو سکا۔ 7 آسمانوں پر پہنچنے کے بارے میں سوچنا تو کسی بے وقوفی سے کم نہیں۔ کائنات کی وسعت اللہ تعالیٰ کی بے پناہ قدرت کی نشانی ہے کہ اس قدر پاور اور ٹیکنالوجی کے حصول کے باوجود انسان پہلے آسمان تک کا سرا تک نہیں ڈھونڈ پائے۔ خود قرآن کریم نے چیلنج کیا ہے کہ انسان آسمان اور زمین کے دائرے سے باہر نہیں نکل سکتا جہاں تک اس کی حد مقرر ہے۔ دوستو، کسی چیز کا آنکھوں سے نظر نہ آنا اس بات کی دلیل نہیں ہے کہ وہ چیز دراصل موجود ہی نہیں ہے، کیونکہ ہماری اس دنیا کے اندر بھی بہت ساری ایسی چیزیں ہیں جنہیں ہم نہ تو دیکھ سکتے ہیں اور نہ ہی چھو سکتے ہیں، لیکن وہ حقیقت کے اندر موجود ہیں، اور ہم ان چیزوں کو صرف اس لیے مانتے ہیں کہ یہ ہمارے مشاہدے کی چیزیں ہیں اور ہم مشاہدے کا انکار نہیں کر سکتے۔ مثلا گریوٹی، ڈارک میٹر، ڈارک انرجی، الیکٹرو میگنیٹک ویوز اور اس طرح کی کئی چیزیں ہماری دنیا و کائنات کے اندر موجود ہیں، لیکن ہمیں نظر نہیں آتی۔ 7 آسمانوں کا تصور بھی ذرا مختلف نہیں ہے، کیونکہ وہ ہماری نظروں سے کسی مصلحت کی وجہ سے پوشیدہ ہیں۔ اس عظیم الشان کائنات کی تخلیق کے بارے میں دنیا کا تقریباً ہر شخص بگ بینگ تھیوری پر یقین رکھتا ہے، جس کے مطابق ہماری کائنات ایک نتھنگ پوائنٹ سے ایک سنگولیرٹی کے اندر بند تھی، جس کا میس انلیمیٹڈ تھا اور گریوٹی حد سے زیادہ۔ یہ ایک بڑے دھماکے سے پھٹ کر بکھر گئی، جس سے موجودہ کائنات، سٹارز، گلیکسیز اور نیبولاز وغیرہ سب کچھ بنا۔ اور یہ بھی کہ یہ ہر لمحہ روشنی کی رفتار سے مسلسل اب تک پھیل رہی ہے، جیسا کہ دھماکے کے بعد ہوتا ہے کہ چیزیں دور دور تک بکھر جاتی ہیں، اور جب اس دھماکے کی شدت ختم ہوگی تو یہ پھر سے وہیں پر واپس لپٹنا شروع کر دے گی جہاں سے اس کا آغاز ہوا۔ اسی بگ بینگ کے بارے میں قرآن کریم آج سے 1400 سال پہلے بیان کرتا ہے کہ کیا کافروں نے نہیں دیکھا کہ آسمان اور زمین دونوں ملے ہوئے تھے، تو ہم نے ان کو جدا جدا کر دیا اور تمام جاندار چیزیں ہم نے پانی سے بنائی، پھر یہ لوگ ایمان کیوں نہیں لاتے؟ جبکہ اس کائنات کے خاتمے سے متعلق اللہ پاک فرماتے ہیں کہ کیا تم نہیں دیکھتے کہ جتنی چیزیں زمین میں ہیں سب کچھ خدا نے تمہارے زیر فرمان کر رکھی ہیں، اور کشتیاں بھی جو اس کے حکم سے دریا کے اندر چلتی ہیں، اور وہ آسمان کو تھامے رکھتا ہے کہ زمین پر وہ گر نہ پڑے مگر اس کے حکم سے۔ بے شک خدا لوگوں پر نہایت شفقت کرنے والا اور مہربان ہے۔ دوستو، یہاں پر آسمان کو تھامنے کی بات کرنا کہ وہ گر نہ پڑے، اس سے مراد آج کی زبان کے اندر سائنس کی زبان میں بگ کرنچ تھیوری ہے، جس سے مراد یہ ہے کہ جس رفتار سے ہماری یہ کائنات پھیل رہی ہے، اسی رفتار سے ایک دن سکڑ کر پھر سے ایک سنگولیرٹی کے اندر بدل کر بالکل ختم ہو جائے گی، یعنی کہ ریورس ہو کر بالکل ایک غبارے کی طرح، جس کے اندر ہوا بھر کر اسے کھول دیا جائے اور اس کے بعد وہ اپنی اصلی حالت کے اندر واپس آنا شروع کر دے۔ بالکل یہی حال گریوٹی بھی پوری کائنات کا کرے گی، اور ذرا سوچ کر دیکھیں کہ یہ گریوٹی جیسی فورس دراصل ہے کیا، جو ہمیں نظر نہیں آتی لیکن وجود رکھتی ہے۔ ایک ایسی طاقت جو نظام کائنات سنبھالے ہوئے ہے لیکن انسانوں کے کنٹرول میں نہیں۔ یقیناً یہ اللہ کا حکم ہے، ورنہ پورا آسمان اور اس میں موجود ہر ایک چیز آج ہی انسانوں پر گر پڑے۔ آج سے 1400 سال پہلے اس کائنات کے پیدا کرنے، اس کے خاتمے اور اس کی وسعتوں کو عرب کے صحرا کے اندر جب کسی بھی قسم کا کوئی فلکیاتی یا کاسمولوجی کا کوئی علم موجود ہی نہیں تھا، کس نے اپنے پیارے پیغمبر کو یہ سب باتیں اتنے واضح انداز کے اندر بیان کی، جسے آج 21ویں صدی کی سائنس آج کے دور کی سب سے بڑی دریافت کے طور پر پیش کر کے فخر محسوس کرتی ہیں۔ یقیناً اس خالق نے جو اس پوری کائنات کو پیدا کرنے والا اور اس کے رازوں کو جاننے والا ہے، وہ اس پوری کائنات کا اکیلا بادشاہ ہے، جس کے دست قدرت کے اندر اس پوری کائنات کا ہر ایک ذرہ ہے، اور وہ اس ذرے سے بھی غافل نہیں ہے۔ مجھے امید ہے کہ آج کی اس ویڈیو سے آپ کو بہت کچھ نیا جاننے کو ملا ہوگا اور یہ ویڈیو آپ کو پسند آیا ہوگا۔ اگر یہ ویڈیو آپ کو اچھا لگا تو اسے لائک کیجئے۔ ਇਹ ਸੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਦੇਖਿਆ ਕਿ ਹਸੀ ਟੀਵੀ ਦੇ ਇਸ ਬਾਈ ਨੇ ਬਹੁਤ ਵਧੀਆ ਜਿਹੜਾ ਐਕਸਪਲੇਨ ਕੀਤਾ ਸਾਰਾ ਕੁਝ ਇਸਲਾਮ ਦੇ ਅਕੋਰਡਿੰਗ, ਮਤਲਬ ਜਾਂ ਕੁਰਾਨ ਦੇ ਵਿੱਚ ਜੋ ਲਿਖਿਆ ਇਸ ਯੂਨੀਵਰਸ ਨੂੰ ਲੈ ਕੇ ਉਹ ਉਹਨਾਂ ਨੇ ਸਾਰਾ ਆਪਣੇ ਸਾਹਮਣੇ ਹੂਬਹੂ ਪੇਸ਼ ਕੀਤਾ। ਨਾਲ ਨਾਲ ਆਪਾਂ ਨੂੰ ਇਹ ਚੀਜ਼ ਵੀ ਦਿਖਾਈ ਕਿ ਜੋ ਸਾਇੰਸ ਕਹਿ ਰਹੀ ਹੈ ਉਹਦਾ ਅਨੁਮਾਨ ਕੀ ਹੈ ਐਂਡ ਜੋ ਕੁਰਾਨ ਕਹਿ ਰਹੀ ਹੈ ਉਹ ਕੀ ਹੈ। ਕਾਫੀ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ ਜਿਹੜਾ ਕਿ ਸ਼ਾਇਦ ਆਪਾਂ ਨੂੰ ਪਹਿਲਾਂ ਨਹੀਂ ਪਤਾ ਸੀਗਾ, ਚਾਹੇ ਉਹ ਕੁਰਾਨ ਦੇ ਹਵਾਲੇ ਨਾਲ ਹੋਵੇ ਜਾਂ ਸਾਇੰਸ ਦੇ ਹਵਾਲੇ ਨਾਲ ਹੋਵੇ, ਤੇ ਹਜੇ ਬਹੁਤ ਕੁਝ ਜਾਣਨਾ ਬਾਕੀ ਹੈ।
ਠੀਕ ਹੈ। ਜੋ ਆਪਣੇ ਪੀਰ ਪੈਗੰਬਰ ਸੀ, ਜਿੰਨੇ ਵੀ ਧਰਮਾਂ ਦੇ ਗੁਰੂ ਸੀ, ਜਾਂ ਦੇਖੋ ਚਾਹੇ ਤੁਸੀਂ ਹਿੰਦੂ ਧਰਮ ਦੀ ਗੱਲ ਕਰ ਲਓ, ਚਾਹੇ ਸਿੱਖਸ ਦੀ ਗੱਲ ਕਰ ਲਓ, ਚਾਹੇ ਇਸਲਾਮ ਦੇ ਵਿੱਚ ਜਾਂ ਈਸਾਈਆਂ ਦੀ ਗੱਲ ਕਰ ਲਓ, ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਲਿਖੀਆਂ ਹੋਈਆਂ ਦਰਜ ਨੇ ਕਿ ਇੱਦਾਂ ਸਾਰਾ ਜਿਹੜਾ ਬ੍ਰਹਿਮੰਡ ਆ ਉਹ ਹੈ ਨਾ, ਲਾਈਕ ਜਿਵੇਂ ਗੁਰਬਾਣੀ 'ਚ ਲਿਖਿਆ ਜੋ ਬ੍ਰਹਿਮੰਡੇ ਸੋਈ ਪਿੰਡੇ। ਔਰ ਅਲੀ ਮਿਰਜ਼ਾ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਇਹ ਪੂਰੀ ਬੋਡੀ ਹੈ ਹੈ ਨਾ। ਇਸਲਾਮ ਦੇ ਅਕੋਰਡਿੰਗ ਉਹ ਵੀ ਗੱਲ ਕਰਦੇ ਹੁੰਦੇ ਆ ਕਿ ਇਹ ਸਾਰਾ ਇੱਕ ਤਰ੍ਹਾਂ ਦਾ ਯੂਨੀਵਰਸ ਹੈ, ਇਹਦੇ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਜੋ ਛੋਟੇ ਛੋਟੇ ਜੀਵ ਹੈ ਜਿਹੜੇ ਪਤਾ ਨਹੀਂ ਲੱਖਾਂ ਕਰੋੜਾਂ ਨੇ, ਉਹਨਾਂ ਦਾ ਇਹ ਘਰ ਹੈ ਜਿਵੇਂ ਆਪਾਂ ਇਸ ਯੂਨੀਵਰਸ ਦੇ ਵਿੱਚ ਰਹਿੰਦੇ ਹਾਂ। ਸੋ ਇਹ ਚੀਜ਼ਾਂ ਸਾਰੀਆਂ ਆਲਰੇਡੀ ਪਤਾ ਨੇ। ਉਹਨਾਂ ਨੂੰ ਕਿਵੇਂ ਪਤਾ ਲੱਗੀਆਂ? ਉਸ ਟਾਈਮ ਕਿਹੜੇ ਅੱਜ ਕੱਲ੍ਹ ਦੇ ਸਾਇੰਸਦਾਨਾਂ ਦੇ ਅਕੋਰਡਿੰਗ ਕੋਈ ਵੱਡੇ ਵੱਡੇ ਇੰਸਟਰੂਮੈਂਟ ਸੀ? ਸੋ ਇਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਹੈ, ਠੀਕ ਹੈ। ਤੇ ਦੇਖੋ ਦੋ ਤਰ੍ਹਾਂ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੁੰਦੇ ਹਾਂ, ਇੱਕ ਆਪਾਂ ਵਿਦ ਰਿਲੀਜਨ ਐਂਡ ਇੱਕ ਵਿਦ ਸਾਇੰਸ, ਠੀਕ ਹੈ। ਤੇ ਕਦੇ ਵੀ ਜਿਹੜਾ ਧਰਮ ਹੁੰਦਾ ਉਹ ਐਗਜ਼ੈਕਟਲੀ ਜਾਂ ਸਾਇੰਸ ਹੈ, ਸਾਇੰਸ ਧਰਮ ਨੂੰ ਜਸਟੀਫਾਈ ਨਹੀਂ ਕਰਦੀ ਕਿਤੇ ਵੀ, ਠੀਕ ਹੈ। ਲੇਕਿਨ ਕਿਤੇ ਕਿਤੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਸਿਮਿਲਰ ਹੋ ਜਾਂਦੀਆਂ। ਜਿਵੇਂ ਹੁਣ ਅੱਜ ਵਾਲੀ ਗੱਲ ਆਪਾਂ ਦੇਖੀ ਹੈ ਕਿ ਬਹੁਤ ਸਾਰੀ ਯੂਨੀਵਰਸ ਹੈ, ਅਤੇ ਉੱਦਾਂ ਕੁਰਾਨ ਵਿੱਚ ਮੈਨਸ਼ਨਡ ਹੈ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮੈਨਸ਼ਨਡ ਹੈ ਇਹਨਾਂ ਚੀਜ਼ਾਂ ਦਾ, ਠੀਕ ਹੈ। ਅਤੇ ਹੋਪਸ ਹੋ ਕੇ ਜੋ ਵੇਦ ਹੈ ਹਿੰਦੂ ਧਰਮ ਦੇ ਵਿੱਚ, ਸਨਾਤਨ ਦੇ ਵਿੱਚ, ਉਹਨਾਂ ਵਿੱਚ ਵੀ ਦਰਜ ਹੋਊਗਾ। ਅਤੇ ਉਹਨਾਂ ਨੂੰ ਉਹ ਚੀਜ਼ਾਂ ਕਿਵੇਂ ਪਤਾ, ਠੀਕ ਹੈ। ਤਾਂ ਇਹਦਾ ਮਤਲਬ ਕੁਛ ਤਾਂ ਆਪਣੇ ਨਾਲੋਂ ਐਕਸਟਰਾ ਆਰਡੀਨਰੀ ਸੀ ਨਾ ਉਹ, ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਮੰਨਦੇ ਹਾਂ, ਜਿਨ੍ਹਾਂ ਦੀਆਂ ਦੱਸੇ ਹੋਏ ਰਾਹਾਂ 'ਤੇ ਜਿਨ੍ਹਾਂ 'ਤੇ ਚੱਲਦੇ ਹਾਂ, ਆਪਾਂ ਮੰਨਦੇ ਹਾਂ ਕਿ ਉਹ ਸੁਪਰੀਮ ਸੀਗੇ, ਠੀਕ ਹੈ। ਅਤੇ ਉਹ ਬਹੁਤ ਟਾਈਮ ਪਹਿਲਾਂ ਹੋਏ ਸੀ। ਜੇਕਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਦਾਂ ਦਾ ਕੋਈ ਹੁੰਦਾ ਤਾਂ ਆਪਾਂ ਉਹਨੂੰ ਨਹੀਂ ਮੰਨਾਂਗੇ। ਜਦੋਂ ਉਹ ਇਸ ਦੁਨੀਆ ਤੋਂ ਚਲਾ ਗਿਆ ਆਪਾਂ ਉਦੋਂ ਉਹਦੀਆਂ ਮੰਨਾਂਗੇ, ਇਹ ਦੁਨੀਆ ਦਾ ਦਸਤੂਰ ਹੈ, ਠੀਕ ਹੈ। ਉਦੋਂ ਆਪਾਂ ਇੰਪੋਰਟੈਂਸ ਦਿੰਦੇ ਹਾਂ ਕਿ ਨਹੀਂ ਯਾਰ ਉਹ ਇੱਦਾਂ ਸੀਗਾ ਐਂਡ ਉਹ ਸੱਚ ਕਹਿੰਦਾ ਸੀ, ਹੈ ਨਾ। ਇਹ ਚੀਜ਼ਾਂ ਹੁੰਦੀਆਂ ਨਾ। ਸੋ ਉਹੀ ਚੀਜ਼ ਹੈ। ਬਾਕੀ ਅੱਜ ਦੀ ਵੀਡੀਓ 'ਚ ਕੁਝ ਨਵਾਂ ਜਾਣਨ ਦਾ ਮੌਕਾ ਮਿਲਿਆ। ਤੁਹਾਨੂੰ ਕਿੱਦਾਂ ਲੱਗੀ ਵੀਡੀਓ ਮੈਨੂੰ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਇੱਕ ਇੱਦਾਂ ਦੀ ਵੀਡੀਓ ਹੈ ਜਿਹਦੇ 'ਤੇ ਆਪਾਂ ਬਹੁਤ ਘੰਟੇ ਗੱਲ ਜਿਹੜੀ ਹੈ ਕਰ ਸਕਦੇ ਹਾਂ। ਸੋ ਬਸ ਇੱਦਾਂ ਦਾ ਕੁਝ ਸ਼ੁਰੂ ਕਰ ਰਹੇ ਹਾਂ ਆਪਣੇ ਨਵੇਂ ਚੈਨਲ 'ਤੇ ਪੋਡਕਾਸਟ। ਉਹਦੇ ਵਿੱਚ ਗੈਸਟਸ ਨੂੰ ਬੁਲਾਇਆ ਕਰਾਂਗੇ ਐਂਡ ਉਹਨਾਂ ਨਾਲ ਇੱਦਾਂ ਦੀਆਂ ਕੋਈ ਗੱਲਾਂ ਬਾਤਾਂ ਕਰਾਂਗੇ ਜਿਹਦੇ ਵਿੱਚ, ਕਿਉਂਕਿ ਮੈਂ ਇਕੱਲਾ ਗੱਲਾਂ ਬਾਤਾਂ ਕਰਦਾ ਤਾਂ ਕਾਫੀ ਸਾਰੇ ਸਵਾਲ ਹੁੰਦੇ ਆ, ਪੈਦਾ ਹੋ ਜਾਂਦੇ ਆ, ਤਾਂ ਇਸੇ ਲਈ ਆਪਾਂ ਨੂੰ ਕੋਈ ਇੱਦਾਂ ਦੇ ਐਕਸਪਰਟਸ ਚਾਹੀਦੇ ਆ, ਠੀਕ ਹੈ। ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਬੈਠ ਕੇ ਆਰਾਮ ਨਾਲ। ਜਲਦੀ ਹੀ ਸ਼ੁਰੂ ਕਰਾਂਗੇ, ਬਸ ਥੋੜ੍ਹਾ ਟਾਈਮ ਦਿਓ, ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਸੋ ਇਹ ਸੀ ਅੱਜ ਦੀ ਵੀਡੀਓ। ਤੁਹਾਨੂੰ ਕਿੱਦਾਂ ਲੱਗੀ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਚੈਨਲ ਕਰਿਓ ਸਬਸਕ੍ਰਾਈਬ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ।